हाँ जी स्टूडेंट्स, पिछली वीडियो ਦੇ ਵਿੱਚ ਅਸੀਂ ਮੀਡੀਅਨ ਦੀ ਥਿਊਰੀ ਕੀਤੀ ਸੀ। ਮੀਡੀਅਨ ਦਾ ਕੁਐਸਚਨ ਆ ਜਿਹੜਾ ਥਿਊਰੀ ਦਾ ਕਿਵੇਂ ਅਟੈਂਪਟ ਕਰਨਾ। ਅੱਜ ਅਸੀਂ ਕਰਾਂਗੇ ਮੋਡ ਦਾ ਕੁਐਸਚਨ ਥਿਊਰੀ ਦਾ ਜਿਹੜਾ ਉਹ ਕਿਵੇਂ ਅਟੈਂਪਟ ਕਰਨਾ। ਤੁਸੀਂ ਇਹਦੇ ਵਿੱਚ ਅਸੀਂ ਦਾ ਮੀਨਿੰਗ, ਡੈਫੀਨੇਸ਼ਨ, ਕੈਲਕੂਲੇਸ਼ਨ ਦੇ ਵੇਜ਼, ਮੈਰਿਟਸ, ਡੀਮੈਰਿਟਸ ਤੇ ਇਸ ਦੀਆਂ ਯੂਜ਼ਸ ਕਰਾਂਗੇ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਮੋਡ ਹੁੰਦਾ ਕੀ ਆ। पंजाबी मीडियम वाले अपनी जी ट्रांसलेट कर सकते हैं, बहुत सौखे ने जोड़े वर्ड्स यूज़ किए हुए ने। इन्नी औखी गल नहीं कि तुसी ट्रांसलेट नहीं कर सकते। कापी पैन लैके बैठो जे तुसी चाहते हो कि तुहाडा क्वेश्चन तैयार होवे ते जिहड़ी भी एक्सप्लेनेशन हुंदी है पंजाबी च हुंदी है, तो तुसी इस ढंग नाल तैयार कर सकते हो। मोड कहंदे किहनूं ने? ਅਸੀਂ ਜਾਣਦੇ ਹਾਂ ਕਿ ਸੈਂਟਰ ਟੈਂਡੈਂਸੀ ਦੇ ਵਿੱਚ ਮੀਨ, ਮੀਡੀਅਨ, ਮੋਡ ਦੇ ਵਿੱਚ ਸਭ ਤੋਂ ਸੌਖਾ ਹੈ ਜਿਹੜਾ ਮੋਡ ਹੈ। ਤਾਂ ਮੋਡ ਆ ਜਿਹੜਾ ਉਹ ਵਾਰੀ-ਵਾਰੀ ਆਉਣ ਵਾਲੀ ਰਕਮ ਨੂੰ ਮੋਡ ਕਿਹਾ ਜਾਂਦਾ ਹੈ। ਜਦੋਂ ਕੋਈ ਫ੍ਰੀਕੁਐਂਸੀ ਹੈ ਜਿਹੜੀ ਕਿਸੇ ਸੀਰੀਜ਼ ਦੇ ਵਿੱਚ ਵਾਰੀ-ਵਾਰੀ ਆਵੇ ਤਾਂ ਉਹ ਮੋਡ ਹੁੰਦੀ ਆ ਸਧਾਰਨ ਸ਼ਬਦਾਂ ਵਿੱਚ। ਦੂਸਰੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਆਈਟਮ ਜਾਂ ਜਿਹੜੀ ਫ੍ਰੀਕੁਐਂਸੀ ਮੈਕਸੀਮਮ ਟਾਈਮਸ ਜਿਹੜੀ ਹੈ ਰਿਪੀਟ ਹੋਵੇ, मैक्सीमम टाइम्स रिपीट होवे एक्स सीरीज़ दे विच, उस नूं मोड कहा जाएगा। तो मोड की आ? इट इज़ द वैल्यू विच अकर्स मोस्ट फ्रीक्वेंटली इन द सीरीज़। फॉर एग्जाम्पल, मॉडल वैल्यू हैज़ द हाईएस्ट फ्रीक्वेंसी इन द सीरीज़। तो जिहड़ियां फ्रीक्वेंसीज़ नंबर आइटम्स दे वध होणगे उही जिहड़ी आ मोड होऊगी तुहाडी। ਅੱਗੇ ਸਾਡੇ ਕੋਲ ਹੈਗੀ ਹੈ ਡੈਫੀਨੇਸ਼ਨ ਆਫ ਮੋਡ। ਜਿਹੜੀ ਪਰਿਭਾਸ਼ਾ ਹੈ ਮੋਡ ਦੀ ਉਹ ਇੰਗਲਿਸ਼ 'ਚ ਹੀ ਕਰਨੀ ਆ ਤੁਸੀਂ, ਪੰਜਾਬੀ ਮੀਡੀਅਮ ਵਾਲਿਆਂ ਨੇ ਵੀ, ਤਾਂ ਇਹਨੂੰ ਨੋਟ ਕਰ ਸਕਦੇ ਹੋ ਤੁਸੀਂ। ਦ ਵੈਲਿਊ ਆਫ ਦ ਵੇਰੀਏਬਲ ਵਿਚ ਅਕਰਸ ਮੋਸਟ ਫ੍ਰੀਕੁਐਂਟਲੀ ਇਨ ਅ ਡਿਸਟ੍ਰੀਬਿਊਸ਼ਨ ਇਜ਼ ਕਾਲਡ ਦ ਮੋਡ। ਫਿਰ ਡੈਫੀਨੇਸ਼ਨ ਇੱਕ ਹੋਰ ਹੈਗੀ ਆ, the mode may be regarded as the most typical of a series of value। ਤਾਂ ਸੇਮ ਮੀਨਿੰਗ ਇਹਦਾ ਵੀ ਕਿ ਵਾਰੀ ਵਾਰੀ ਆਉਣ ਵਾਲੀ ਜਿਹੜੀ ਜ਼ਿਆਦਾ ਟਾਈਮ ਆਉਣ ਵਾਲੀ ਫ੍ਰੀਕੁਐਂਸੀ ਉਸ ਨੂੰ ਮੋਡ ਕਿਹਾ ਜਾਂਦਾ ਹੈ। ਅੱਗੇ ਸਾਡੇ ਕੋਲ ਹੈਗਾ ਕੈਲਕੂਲੇਸ਼ਨ ਆਫ ਮੋਡ। ਹੁਣ ਮੋਡ ਦੀ ਕੈਲਕੂਲੇਸ਼ਨ ਕਿਵੇਂ ਕਰਨੀ ਆ? ਨੁਮੈਰੀਕਲ ਜਿਹੜੇ ਨੇ ਅਸੀਂ ਕੀਤੇ ਨੇ ਮੋਡ ਦੇ ਸਾਰੇ, पर थ्योरी दे विच इस नूं असीं किवें शो करना है स्टैप बाय स्टैप। तो मोड इज़ कैलकुलेटेड डिफरेंटली इन डिफरेंट टाइप्स ऑफ सीरीज़। सब तो पहला असीं इंडिविजुअल सीरीज़ लैनी आ। इहदे विच तुसीं इसदा थोड़ा जिहा लिख दोगे कि दो ढंगां नाल जिहड़ी इह सीरीज़ आ वो कैलकुलेट हुंदी आ, बाय इंस्पैक्शन मैथड ते बाय कन्वर्टिंग इंडिविजुअल सीरीज़ इनटू डिस्क्रीट फ्रीक्वेंसी सीरीज़। तो ये दो ढंग ने। अगे असीं ये दो ढंगां नूं अगे फिर एक्सप्लेन करांगे। तो पहले नंबर ते हैगा मोड बाय इंस्पैक्शन। दिस मैथड इनवॉल्व जस्ट एन इंस्पैक्शन ऑफ द सीरीज। वन इज टू सिंपलीफाई आइडेंटिफाई द वैल्यू दैट अकर्स मोस्ट फ्रीक्वेंटली इन द सीरीज, सच वैल्यू कॉल्ड मोड। ਤਾਂ ਅਸੀਂ ਜਦੋਂ ਇੱਕ ਵੈਲਿਊ ਜਿਹੜੀ ਆ, ਜਿਵੇਂ ਇੱਥੇ ਐਗਜ਼ਾਮਪਲ ਦਿੱਤੀ ਹੋਈ ਹੈ ਤੁਹਾਨੂੰ, 15 ਸਟੂਡੈਂਟਸ ਦੀ ਜਿਹੜੀ ਏਜ ਆ ਉਹ ਨੀਚੇ ਲਿਖੀ ਹੋਈ ਹੈ, 22 ਸਾਲ, 24, 17, 18, 17, 19, 18, 21, 20, 21, 20, 23, 22, 22, 22। ਤਾਂ ਇਸ ਤਰ੍ਹਾਂ ਨਾਲ ਤੁਹਾਨੂੰ ਆਪਣੇ ਆਪ ਇੱਕ ਨਿਗਾਹ ਮਾਰਨ ਨਾਲ ਹੀ ਪਤਾ ਲੱਗ ਜਾਏਗਾ ਕਿ ਇਹਦੇ ਵਿੱਚ ਜ਼ਿਆਦਾ ਟਾਈਮ ਕਿਹੜੀ ਏਜ ਆ ਰਹੀ ਹੈ। ਤਾਂ ਜ਼ਿਆਦਾ ਟਾਈਮ ਕਿਹੜੀ ਆ ਰਹੀ ਹੈ? 22। ਤਾਂ ਜਿਹੜੀ 22 ਆ ਉਹ ਸਾਡਾ ਮੋਡ ਹੋਊਗੀ। ਤਾਂ ਇਹਦਾ ਸੋਲਿਊਸ਼ਨ ਜਦੋਂ ਕਰਨਾ ਹੈ ਤੁਸੀਂ ਸਭ ਤੋਂ ਪਹਿਲਾ ਸਟੈਪ ਤੁਹਾਡਾ ਹੋਊਗਾ ਕਿ ਅਰੇਂਜ ਦਾ ਸੀਰੀਜ਼ ਐਨ ਅਸੈਂਡਿੰਗ ਔਰ ਡਿਸੈਂਡਿੰਗ ਆਰਡਰ। ਤਾਂ ਇਹਨੂੰ ਸੀਰੀਅਲ ਵਾਈਜ਼ ਲਗਾਉਣੀ ਆ। ਅਸੈਂਡਿੰਗ ਵੀ ਲਗਾ ਸਕਦੇ ਹੋ, ਵੱਧਦੇ ਕ੍ਰਮ ਅਨੁਸਾਰ ਵੀ ਲਾ ਸਕਦੇ ਹੋ, ਘਟਦੇ ਕ੍ਰਮ ਅਨੁਸਾਰ ਵੀ ਲਾ ਸਕਦੇ ਹੋ। ਤਾਂ ਇੱਥੇ ਜਿਹੜੀ ਨੰਬਰ ਆਫ ਜਿਹੜੀਆਂ ਆਈਟਮਸ ਨੇ ਉਹ ਕਿਹੜੀ ਆ? 22 ਆ ਵੱਧ। ਤਾਂ ਇੱਥੇ ਇਸ ਲਈ ਸਾਡਾ ਉੱਤਰ ਜਿਹੜਾ ਉਹ 22 ਆ। ਤਾਂ ਅਸੀਂ ਇਸ ਢੰਗ ਨਾਲ ਇਹ ਐਗਜ਼ਾਮਪਲ ਦਿਖਾਉਣੀ ਆ। ਅਗਲੇ ਸਾਡਾ ਮੈਥਡ ਹੈਗਾ ਇਹਦਾ ਹੀ
ਪਹਿਲੀ ਸੀਰੀਜ਼ ਦਾ ਬਾਈ ਚੇਂਜਿੰਗ ਦਾ ਸੀਰੀਜ਼ ਇਨਟੂ ਡਿਸਕ੍ਰੀਟ ਸੀਰੀਜ਼। ਤਾਂ ਇਸ ਤਰ੍ਹਾਂ ਨਾਲ ਤੁਸੀਂ ਲਿਖ ਸਕਦੇ ਹੋ। ਇਹਦੇ ਵਿੱਚ ਵੀ ਐਗਜ਼ਾਮਪਲ ਦੇਣੀ ਹੈ। ਇੱਥੇ ਤੁਹਾਨੂੰ ਸਿੰਪਲ ਇੱਕ ਉਸੇ ਢੰਗ ਨਾਲ ਐਗਜ਼ਾਮਪਲ ਦਿੱਤੀ ਹੋਈ ਆ, ਇਸ ਨੂੰ ਅਸੀਂ ਡਿਸਕ੍ਰੀਟ ਸੀਰੀਜ਼ ਦੇ ਵਿੱਚ ਚੇਂਜ ਕਰਾਂਗੇ ਜਿਹੜੀ ਇੰਡੀਵਿਜੂਅਲ ਸੀਰੀਜ਼ ਆ। ਤਾਂ ਇੱਥੇ ਕਾਲਮ ਬਣਾ ਕੇ ਅਸੀਂ ਏਜ ਨੂੰ ਲਿਖ ਦਾਂਗੇ। ਇੱਕ ਵਾਰੀ ਇੱਕ ਟਾਈਮ ਦੀ ਏਜ ਨੂੰ ਇੱਕ ਵਾਰੀ ਲਿਖਾਂਗੇ, ਪਰ ਉਹ ਕਿੰਨੀ ਵਾਰ ਆ ਰਹੀ ਹੈ ਸੀਰੀਜ਼ ਦੇ ਵਿੱਚ ਉਹਨੇ ਟਾਈਮ ਅਸੀਂ ਫ੍ਰੀਕੁਐਂਸੀ ਦੇ ਵਿੱਚ ਲਿਖ ਦਾਂਗੇ। 17 ਇਹ ਤਾਂ 2 ਵਾਰੀ ਆ ਰਹੀ ਹੈ, 18 2 ਵਾਰੀ ਆ ਰਹੀ ਹੈ, 19 1 ਵਾਰੀ ਆ ਰਹੀ ਹੈ, 20 2 ਵਾਰ ਆ ਰਹੀ ਹੈ। ਇਸ ਤਰ੍ਹਾਂ ਨਾਲ ਅਸੀਂ ਜਿਹੜੀ ਹੈ ਸੀਰੀਜ਼ ਲਿਖ ਕੇ ਤਾਂ ਮੋਡ ਕੀ ਆ 22, ਕਿਉਂਕਿ 22 ਹੈ ਜਿਹੜਾ ਉਹ 4 ਵਾਰੀ ਆ ਰਿਹਾ ਹੈ। ਦੂਜੇ ਨੰਬਰ ਤੇ ਸਾਡੇ ਕੋਲ ਸੀਰੀਜ਼ ਹੈਗੀ ਆ ਕੈਲਕੂਲੇਸ਼ਨ ਆਫ ਮੋਡ ਇਨ ਡਿਸਕ੍ਰੀਟ ਸੀਰੀਜ਼। ਤਾਂ ਪਹਿਲਾਂ ਇੰਡੀਵਿਜੂਅਲ ਕੀਤੀ ਸੀ, ਹੁਣ ਡਿਸਕ੍ਰੀਟ। ਤਾਂ ਇਹਦੀ ਵੀ ਥੋੜੀ ਬਹੁਤ ਜਿਹੜੀ ਆ ਲਿਖ ਕੇ ਤੁਸੀਂ ਇਹਦੇ ਵੀ ਢੰਗ ਦੱਸਣੇ ਨੇ। ਬਾਈ ਇੰਸਪੈਕਸ਼ਨ ਮੈਥਡ, ਤਾਂ ਇਹਦੀ ਕੈਲਕੂਲੇਸ਼ਨ ਵੀ ਇੰਸਪੈਕਸ਼ਨ ਮੈਥਡ ਰਾਹੀਂ ਹੋ ਸਕਦੀ ਆ। ਇਹਦੇ ਬਾਰੇ ਲਿਖਣਾ ਹੈ ਤੁਸੀਂ। ਇਹਦੇ ਵਿੱਚ ਵੀ ਤੁਸੀਂ ਸੀਰੀਜ਼ ਲੈ ਕੇ ਉਦਾਹਰਨ ਲੈ ਕੇ ਦੱਸ ਸਕਦੇ ਹੋ। ਤਾਂ ਸੇਮ ਤਰੀਕਾ ਇਹਦਾ ਵੀ, ਜਿਵੇਂ ਅਸੀਂ ਪਹਿਲਾਂ ਕਨਵਰਟ ਕਰਕੇ ਕੀਤਾ ਡਿਸਕ੍ਰੀਟ ਸੀਰੀਜ਼ ਦੇ ਵਿੱਚ। ਇੱਥੇ 2 ਰਕਮਾਂ ਸਾਨੂੰ ਦਿੱਤੀਆਂ ਹੋਈਆਂ ਨੇ ਆਲਰੇਡੀ। ਤਾਂ ਇੱਥੋਂ ਸਾਨੂੰ ਆਪਣੇ ਆਪ ਪਤਾ ਲੱਗ ਰਿਹਾ ਕਿ ਮੋਡ ਜਿਹੜਾ ਏ ਉਹ ਕਿਹੜਾ ਏ। ਇਹਦੇ ਵਿੱਚ ਦੂਜਾ ਢੰਗ ਹੈਗਾ ਡਿਸਕ੍ਰੀਟ ਸੀਰੀਜ਼ ਦੇ ਵਿੱਚ ਗਰੁੱਪਿੰਗ ਮੈਥਡ ਦਾ। ਤਾਂ ਗਰੁੱਪਿੰਗ ਮੈਥਡ ਆ ਜਿਹੜਾ, ਉਹਦੇ ਵਿੱਚ ਅਸੀਂ ਡਿਸਕ੍ਰੀਟ ਸੀਰੀਜ਼ ਦੇ ਵਿੱਚ ਅਸੀਂ ਕੀ ਕਰਦੇ ਹਾਂ, ਜਿੱਥੇ ਇੰਸਪੈਕਸ਼ਨ ਮੈਥਡ ਆ ਜਿਹੜਾ ਪੋਸੀਬਲ ਨਾ ਹੋਵੇ, ਬਹੁਤ ਜ਼ਿਆਦਾ ਡਾਟਾ ਹੋਵੇ, ਤਾਂ ਅਸੀਂ ਜਿਹੜਾ ਗਰੁੱਪਿੰਗ ਮੈਥਡ ਦਾ ਇਸਤੇਮਾਲ ਕਰਦੇ ਹਾਂ। ਇਹਦੇ ਵਿੱਚ ਗਰੁੱਪਿੰਗ ਮੈਥਡ ਦੇ ਵਿੱਚ 2 ਚੀਜ਼ਾਂ ਬਣਾਈਆਂ ਜਾਂਦੀਆਂ ਨੇ, ਇੱਕ ਗਰੁੱਪਿੰਗ ਟੇਬਲ ਤੇ ਇੱਕ ਐਨਾਲਾਈਸਿਸ ਟੇਬਲ। ਤਾਂ ਇਹਦੀ ਐਗਜ਼ਾਮਪਲ ਹੈ ਜਿਹੜੀ ਤੁਸੀਂ ਆਪਣੇ ਵੱਲੋਂ ਦੇਣੀ ਹੈ, ਕਿਉਂਕਿ ਇਹ ਬਹੁਤ ਵੱਡਾ ਜਿਹੜਾ ਇਹ ਹੋ ਜਾਂਦਾ ਹੈ। ਤਾਂ ਛੋਟੀ ਜਿਹੀ ਐਗਜ਼ਾਮਪਲ ਲੈ ਕੇ ਤੁਸੀਂ, ਕਿਉਂਕਿ ਅਸੀਂ ਅਲੱਗ ਤੋਂ ਇਸ ਦੀ ਇੱਕ ਵੀਡੀਓ ਕੀਤੀ ਹੋਈ ਹੈ ਗਰੁੱਪਿੰਗ ਮੈਥਡ, ਤੁਹਾਨੂੰ ਦੱਸਿਆ ਹੋਇਆ ਕੀ ਹੁੰਦਾ ਹੈ, ਤਾਂ ਉੱਥੋਂ ਐਗਜ਼ਾਮਪਲ ਤੁਸੀਂ ਉਠਾ ਸਕਦੇ ਹੋ। ਇਸ ਤੋਂ ਬਾਅਦ ਫਾਰਮੂਲਾ ਹੈ ਜਿਹੜਾ ਮੋਡ ਨੂੰ ਕੈਲਕੂਲੇਟ ਕਰਨ ਦਾ। ਤਾਂ ਇਹ ਹੈਗਾ ਤੁਹਾਡਾ ਕੰਟੀਨਿਊਸ ਸੀਰੀਜ਼ ਦਾ। ਤਾਂ ਕੰਟੀਨਿਊਸ ਸੀਰੀਜ਼ ਵੀ ਤੁਸੀਂ ਆਪਣੇ ਵੱਲੋਂ ਜਿਹੜਾ ਤੁਹਾਡਾ ਐਗਜ਼ਾਮਪਲ ਲੈ ਕੇ ਤੁਸੀਂ ਉਹ ਕੈਲਕੂਲੇਟ ਕਰਨੀ ਆ। ਇਸ ਤੋਂ ਬਾਅਦ ਮੈਰਿਟਸ ਆਫ ਮੋਡ। ਤਾਂ ਮੋਡ ਦੀਆਂ ਮੈਰਿਟਸ ਲਿਖਣੀਆਂ ਨੇ ਤੁਸੀਂ, ਗੁਣ ਔਗਣ ਦੋਨੇ ਲਿਖਣੇ ਨੇ। ਇਸ ਤੋਂ ਬਾਅਦ ਇਸ ਦੀ ਵਰਤੋਂ ਕਿੱਥੇ ਹੁੰਦੀ ਆ, ਯੂਜ਼ਸ ਆਫ ਮੋਡ। ਤਾਂ ਇਸ ਤਰ੍ਹਾਂ ਨਾਲ ਤੁਸੀਂ ਕਨਕਲੂਜਨ ਲਿਖਣ ਤੋਂ ਬਾਅਦ ਇਹ ਕੁਐਸਚਨ ਸੋਲਵ ਕਰ ਸਕਦੇ ਹੋ। ਤਾਂ ਵਿੱਚ ਜੋ ਤੁਹਾਨੂੰ ਨਹੀਂ ਦਿੱਤਾ ਹੋਇਆ ਐਗਜ਼ਾਮਪਲਸ, ਜਿਵੇਂ ਕੰਟੀਨਿਊਸ ਸੀਰੀਜ਼ ਬਾਰੇ ਨਹੀਂ ਦਿੱਤਾ ਹੋਇਆ ਜਾਂ ਗਰੁੱਪਿੰਗ ਮੈਥਡ ਆ ਉਹ ਨਹੀਂ ਦਿੱਤਾ ਹੋਇਆ, ਤਾਂ ਤੁਸੀਂ ਦੂਸਰੀਆਂ ਜਿਹੜੀਆਂ ਵੀਡੀਓਜ਼ ਨੇ ਜਾਂ ਬੁੱਕ ਦੇ ਉੱਤੇ ਜੇ ਤੁਹਾਨੂੰ ਕਿਤੇ ਦਿੱਤਾ ਹੋਇਆ ਤਾਂ ਉੱਥੋਂ ਫੋਲੋ ਕਰਕੇ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ, ਸਿਰਫ ਓਨਾ ਕੁ ਪੋਰਸ਼ਨ। ਤਾਂ ਬਾਕੀ ਸਾਰਾ ਕੁਐਸਚਨ ਅਸੀਂ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਜ਼ਿਆਦਾ ਤੋਂ ਜ਼ਿਆਦਾ ਮਟੀਰੀਅਲ ਆ ਜਿਹੜਾ ਤੁਹਾਨੂੰ ਪ੍ਰੋਵਾਈਡ ਹੋਵੇ, ਤਾਂ ਇੱਕ ਕੁਐਸਚਨ ਦਾ ਆਨਸਰ ਆ ਜਿਹੜਾ ਉਹਦੀ ਸ਼ੇਪ ਬਣ ਜਾਵੇ ਕਿ ਕਿਸ ਤਰ੍ਹਾਂ ਤੁਸੀਂ ਆਨਸਰ ਕਰਨਾ ਹੈ। ਤਾਂ ਇੱਥੇ ਜੋ ਵੀ ਥੋੜ੍ਹਾ ਜਿਹਾ ਕੰਟੀਨਿਊਸ ਸੀਰੀਜ਼ ਦਾ ਕੁਐਸਚਨ ਰਹਿੰਦਾ ਹੈ ਜਾਂ ਗਰੁੱਪਿੰਗ ਦਾ, ਤਾਂ ਤੁਸੀਂ ਆਪ ਐਡ ਕਰਕੇ ਇਹਨੂੰ ਐਕਸਪੈਂਡ ਕਰ ਸਕਦੇ ਹੋ। ਤਾਂ ਅੱਜ ਦੀ ਵੀਡੀਓ 'ਚ ਇੰਨਾ ਹੀ, ਫਿਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਓਕੇ, ਥੈਂਕਸ।